ਕਹਿੰਦੇ ਹਨ ਕਿ ਸ਼ਾਮ ਦਾ ਵੇਲਾ ਹੈ ਅਤੇ ਉਸੇ ਬ੍ਰਿਕਸ਼ 'ਤੇ ਤੋਤਾ ਅਤੇ ਮੈਨਾ ਬੈਠੇ ਹਨ ਅਤੇ ਦੋਹਾਂ ਵਿੱਚ ਗੱਲਬਾਤ ਸ਼ੁਰੂ ਹੋਈ। ਮੈਨਾ ਬੋਲੀ, ਹੇ ਤੋਤੇ, ਮੇਰੀ ਕੱਲ੍ਹ ਵਾਲੀ ਕਹਾਣੀ ਦਾ ਜਵਾਬ ਦੇ। ਤਾਂ ਤੋਤਾ ਬੋਲਿਆ, ਹੇ ਮੈਨਾ, ਸੁਣ। ਕਹਿੰਦੇ ਹਨ ਕਿ ਸੰਗਲਾਦੀਪ ਇੱਕ ਵੱਡਾ ਸ਼ਹਿਰ ਸੀ ਜਿਸ ਵਿੱਚ ਮਦਨ ਸੈਨ ਰਾਜਾ ਰਾਜ ਕਰਦਾ ਸੀ ਅਤੇ ਉਸ ਦਾ ਇੱਕ ਲੜਕਾ ਬੜਾ ਨੇਕ ਆਦਤ, ਜਵਾਨ ਅਤੇ ਸੁੰਦਰ ਸੀ। ਹਿੰਮਤ ਅਤੇ ਬਹਾਦਰੀ ਵਿੱਚ ਰੁਸਤਮ ਤੇ ਤਕਦੀਰ ਦਾ ਸਿਕੰਦਰ ਸੀ। ਨਾਮ ਉਹਦਾ ਧਰਮਪਾਲ ਸੀ। ਇੱਕ ਦਿਨ ਦੀ ਗੱਲ ਹੈ ਕਿ ਬਹਾਰ ਦੇ ਦਿਨ ਸਨ। ਨਿੱਕੇ ਵੱਡੇ ਸਾਰੇ ਖੁਸ਼ ਸਨ। ਹਰ ਇੱਕ ਦੇ ਦਿਲ ਵਿੱਚ ਉਮੰਗਾਂ ਭਰੀਆਂ ਹੋਈਆਂ ਸਨ। ਹਰ ਪਾਸਿਓਂ ਖੁਸ਼ੀ ਦੀਆਂ ਆਵਾਜ਼ਾਂ ਕੰਨਾਂ ਵਿੱਚ ਪੈਂਦੀਆਂ ਸਨ। ਬਹਾਰ ਮੌਸਮ ਦੀ ਰੁੱਤ ਵਿੱਚ ਕਿਸੇ ਨੂੰ ਪਤਝੜ ਦਾ ਧਿਆਨ ਵੀ ਨਹੀਂ ਸੀ। ਸ਼ਰਾਬੀ ਸ਼ਰਾਬਖਾਨਿਆਂ ਵਿੱਚ ਭਰੇ ਹੋਏ ਸਨ। ਦੌਰ ਚੱਲ ਰਹੇ ਸਨ। ਹਰ ਇੱਕ ਬਹਾਰ ਦੇ ਮਜ਼ੇ ਲੁੱਟ ਰਹੇ ਸਨ। ਕਿੱਸਾ ਕੀ ਹੈ ਕਿ ਇੱਕ ਦਿਨ ਧਰਮਪਾਲ ਦੇ ਦਿਲ ਵਿੱਚ ਖਿਆਲ ਆਇਆ ਕਿ ਇਹ ਮੌਸਮ ਸ਼ਿਕਾਰ ਦੇ ਵਾਸਤੇ ਬੜਾ ਚੰਗਾ ਹੈ। ਝੱਟ ਫੌਜ ਨੂੰ ਹੁਕਮ ਦਿੱਤਾ, ਤਿਆਰ ਹੋ ਜਾਓ। ਬਸ ਹੁਕਮ ਦੀ ਦੇਰ ਸੀ। ਸਭ ਫੌਜ ਤਿਆਰ ਹੋ ਗਈ ਅਤੇ ਸਭ ਸਮਾਨ ਸ਼ਿਕਾਰ ਦਾ ਤਿਆਰ ਕੀਤਾ ਗਿਆ ਅਤੇ ਸ਼ਿਕਾਰੀ ਜਾਨਵਰ ਵੀ ਨਾਲ ਲੈ ਗਏ। ਧਰਮਪਾਲ ਸ਼ਿਕਾਰ ਖੇਡਣ ਲਈ ਜੰਗਲ ਵਿੱਚ ਟੁਰ ਪਿਆ। ਚਲਦੇ ਚਲਦੇ ਇੱਕ ਦਿਨ ਦਾ ਜ਼ਿਕਰ ਹੈ ਕਿ ਇੱਕ ਕਾਲਾ ਹਿਰਨ ਨਜ਼ਰੀ ਪੈ ਗਿਆ। ਧਰਮਪਾਲ ਨੇ ਉਸ ਦੇ ਪਿੱਛੇ ਘੋੜਾ ਦੌੜਾਇਆ। ਹਿਰਨ ਅੱਗੇ ਅੱਗੇ ਅਤੇ ਘੋੜਾ ਪਿੱਛੇ ਪਿੱਛੇ 10-12 ਕੋਹ ਦੂਰ ਨਿਕਲ ਗਏ ਅਤੇ ਧਰਮਪਾਲ ਫੌਜਾਂ ਨਾਲੋਂ ਵੱਖਰਾ ਹੋ ਗਿਆ। ਦੋਵੇਂ ਇਸ ਤਰ੍ਹਾਂ ਜਾ ਰਹੇ ਸਨ ਕਿ ਹਿਰਨ ਇੱਕ ਝਾਤੀ ਵਿੱਚ ਛਾਲ ਮਾਰ ਕੇ ਛਪਨ ਹੋ ਗਿਆ ਅਤੇ ਇਹ ਵਿਚਾਰਾ ਨਾਉਮੀਦ ਹੋ ਕੇ ਰਹਿ ਗਿਆ। ਅਫਸੋਸ ਨਾਲ ਹੱਥ ਮਲਣ ਲੱਗਾ। ਪਰ ਹੁਣ ਕੀ ਹੁੰਦਾ ਸੀ? ਘੋੜਾ ਬ੍ਰਿਛ ਨਾਲ ਬੰਨ੍ਹ ਕੇ ਕੰਬਲ ਹੇਠਾਂ ਵਿਛਾ ਕੇ ਸੌਂ ਗਿਆ। ਥੋੜ੍ਹੀ ਦੇਰ ਪਿੱਛੋਂ ਤੱਕ ਅੱਖ ਖੁੱਲ੍ਹੀ ਕਿ ਦੇਖਿਆ ਇੱਕ ਪਾਸਿਓਂ ਕੁਝ ਤੀਵੀਆਂ ਕਈ ਤਰ੍ਹਾਂ ਦੀਆਂ ਪੁਸ਼ਾਕਾਂ ਪਾਈ ਆ ਰਹੀਆਂ ਸਨ ਔਰ ਉਹਨਾਂ ਸਾਰਿਆਂ ਦੇ ਅੱਗੇ ਇੱਕ ਜਵਾਨ ਲੜਕੀ ਆਪਣੀਆਂ ਸਹੇਲੀਆਂ ਨਾਲ ਛੇੜਛਾੜ ਕਰਦੀ, ਅਨੋਖੀ ਚਾਲ ਚੱਲਦੀ ਅਤੇ ਨਖਰੇ ਕਰਦੀ ਨਸ਼ਾਈਆਂ ਵਾਂਗ ਵਾਲ ਬਖੇਰੇ ਹੋਏ ਆਪੇ ਤੋਂ ਬਾਹਰ ਹੋਈ ਜਾਂਦੀ ਸੀ। ਰਾਜੇ ਦਾ ਲੜਕਾ ਇਹ ਦੇਖ ਕੇ ਦਿਲ ਵਿੱਚ ਕਹਿਣ ਲੱਗਾ, ਮੈਂ ਸੁਪਨਾ ਤਾਂ ਨਹੀਂ ਦੇਖ ਰਿਹਾ, ਪਰ ਮੈਂ ਤਾਂ ਜਾਗਦਾ ਹਾਂ। ਅਜਬ ਕੁਝ ਹਾਲਤ ਹੈ। ਉਹ ਸਭ ਤੀਵੀਆਂ ਤਲਾਬ 'ਤੇ ਆਈਆਂ ਅਤੇ ਇਸ਼ਨਾਨ ਕਰਕੇ ਸਭ ਜਾਣ ਨੂੰ ਤਿਆਰ ਹੋਈਆਂ। ਤਾਂ ਉਸੇ ਤਰ੍ਹਾਂ ਉਹ ਲੜਕੀ ਸਾਰਿਆਂ ਤੋਂ ਅੱਗੇ ਨਿਕਲ ਗਈ ਅਤੇ ਘਰ ਨੂੰ ਤੁਰ ਪਈ। ਰਾਜੇ ਦਾ ਲੜਕਾ ਇਹ ਸਭ ਕੁਝ ਦੇਖ ਰਿਹਾ ਸੀ। ਪ੍ਰੇਮ ਦੇ ਬਾਣਾਂ ਨਾਲ ਵਿੰਨ੍ਹਿਆ ਗਿਆ। ਉੱਧਰ ਉਹ ਲੜਕੀ ਧਰਮਪਾਲ ਨੂੰ ਦੇਖ ਦਿਲ ਵਿੱਚ ਪ੍ਰੇਮ ਦੇ ਤੀਰ ਖਾ ਚੁੱਕੀ ਸਹੇਲੀਆਂ ਦੇ ਨਾਲ ਅੱਗੇ ਅੱਗੇ ਚੱਲ ਪਈ। ਕਈ ਤਾਂ ਉਹਨਾਂ ਵਿੱਚੋਂ ਤਾੜ ਗਈਆਂ ਕਿ ਜ਼ਰੂਰ ਇਸ ਦੇ ਪ੍ਰੇਮ ਵਿੱਚ ਹੈ। ਉਸ ਦੀਆਂ ਗੱਲਾਂ ਤੋਂ ਪਿਆ ਪਤਾ ਲੱਗਦਾ ਸੀ। ਭਾਵੇਂ ਉਹ ਛਿਪਾਉਂਦੀ ਰਹੀ, ਪਰ ਤਾੜਨੇ ਵਾਲੇ ਤਾੜ ਹੀ ਗਏ। ਉਹਨਾਂ ਸਹੇਲੀਆਂ ਵਿੱਚੋਂ ਇੱਕ ਬੜੇ ਪਿਆਰ ਨਾਲ ਬੋਲੀ, ਹੇ ਰਾਜਕੁਮਾਰੀ, ਆਪਣੇ ਦਿਲ ਨੂੰ ਕਾਬੂ ਵਿੱਚ ਰੱਖੋ। ਕਿਉਂ ਆਪਣਾ ਪਰਦਾ ਆਪ ਜ਼ਾਹਰ ਕਰਦੇ ਹੋ? ਨੈਣੋਂ ਕਾ ਇਹ ਧਰਮ ਹੈ ਕਿਧਰੇ ਲੱਗ ਜਾਏ, ਲੋਕ ਲਾਜ ਕੁਲ ਕਾਨ ਕੋ ਛਿਨਮੈ ਦੇਤ ਬਹਾਏ। ਰਾਜੇ ਦੀ ਲੜਕੀ ਇਹ ਸਾਰੀਆਂ ਗੱਲਾਂ ਸਹੇਲੀਆਂ ਦੀਆਂ ਸੁਣ ਕੇ ਬੜੀ ਗੁੱਸੇ ਵਿੱਚ ਹੋਈ ਅਤੇ ਕਹਿਣ ਲੱਗੀ ਕਿ ਤੁਸੀਂ ਮੈਨੂੰ ਐਵੇਂ ਬਦਨਾਮ ਕਰਦੀਆਂ ਹੋ। ਪਤਾ ਨਹੀਂ ਕਿ ਉਹ ਵਿਚਾਰਾ ਕੌਣ ਹੈ, ਕਿੱਥੋਂ ਆਇਆ ਹੈ। ਕਿਸੇ ਮੁਸਾਫਿਰ ਨੂੰ ਬੁਰਾ ਕਹਿਣਾ ਨਹੀਂ ਚਾਹੀਏ। ਅਤੇ ਹੱਸ ਕੇ ਸਹੇਲੀਆਂ ਨੂੰ ਕਹਿਣ ਲੱਗੀ, ਮੈਨੂੰ ਦਿਸਦਾ ਹੈ ਕਿ ਤੁਹਾਡੀ ਅੱਖ ਉਸ ਮੁਸਾਫਿਰ ਨਾਲ ਲੜ ਗਈ ਹੈ ਅਤੇ ਬਦਨਾਮ ਮੈਨੂੰ ਕਰਦੀਆਂ ਹੋ। ਰਾਜਕੁਮਾਰੀ ਨੇ ਕਈ ਗੱਲਾਂ ਬਣਾਈਆਂ, ਪਰ ਕਦੇ ਇਸ਼ਕ ਪ੍ਰੇਮ ਵੀ ਛੁਪ ਸਕਦੇ ਹਨ। ਅਖੀਰ ਨੂੰ ਰਾਜਕੁਮਾਰੀ ਦੇ ਦਿਲ ਵਿੱਚ ਪ੍ਰੇਮ ਇਤਨਾ ਪੈਦਾ ਹੋ ਗਿਆ ਕਿ ਜ਼ੁਬਾਨ ਨਹੀਂ ਬਿਆਨ ਕਰ ਸਕਦੀ। ਕਿੱਸਾ ਕਿ ਰਾਜੇ ਦੀ ਲੜਕੀ ਧਰਮਪਾਲ ਦੇ ਪ੍ਰੇਮ ਵਿੱਚ ਲੱਗੀ ਹੋਈ ਸੀ ਕਿ ਸਹੇਲੀਆਂ ਉਸ ਨੂੰ ਡੋਲੀ ਪਾਲਕੀ ਵਿੱਚ ਪਾ ਕੇ ਘਰ ਲੈ ਆਈਆਂ ਅਤੇ ਧਰਮਪਾਲ ਰਾਜਕੁਮਾਰੀ ਨੂੰ ਦੇਖਦਾ ਰਹਿ ਗਿਆ। ਹੁਣ ਧਰਮਪਾਲ ਮਜਨੂੰ ਵਾਂਗ ਚਾਰੇ ਪਾਸੇ ਦੇਖਦਾ ਹੈ ਅਤੇ ਸ਼ੁਦਾਈਆਂ ਦੀ ਤਰ੍ਹਾਂ ਉਸ ਪਿਆਰੀ ਦੀ ਯਾਦ ਵਿੱਚ ਸਿਰ ਭਟਕਦਾ ਫਿਰਦਾ ਹੈ। ਪ੍ਰੇਮ ਦਾ ਤੀਰ ਅਜਿਹਾ ਸੀਨੇ ਵਿੱਚ ਲੱਗਾ ਕਿ ਜਿਸ ਦਾ ਸਹਾਰਨਾ ਉਸ ਨੂੰ ਔਖਾ ਸੀ। ਇੱਧਰ ਤਾਂ ਧਰਮਪਾਲ ਦੀ ਇਹ ਹਾਲਤ ਸੀ ਕਿ ਉਸ ਦੇ ਪ੍ਰੇਮ ਵਿੱਚ ਕੁਝ ਸੁੱਝਦਾ ਬੁੱਝਦਾ ਨਹੀਂ ਸੀ। ਜੀਵਨ ਨਾਲੋਂ ਮੌਤ ਨੂੰ ਚੰਗਾ ਸਮਝਿਆ ਸੀ। ਉੱਧਰ ਰਾਜਕੁਮਾਰੀ ਨੇ ਉਸ ਦੇ ਪ੍ਰੇਮ ਵਿੱਚ ਬੁਰੀ ਹਾਲਤ ਬਣਾ ਰੱਖੀ ਸੀ। ਖਾਣਾ ਪੀਣਾ ਛੋੜ ਦਿੱਤਾ ਸੀ। ਹਰ ਵੇਲੇ ਪਲੰਘ 'ਤੇ ਪਈ ਰਹਿਣਾ। ਸਹੇਲੀਆਂ ਸਮਝਾਉਂਦੀਆਂ ਕਿ ਇਸ ਤਰ੍ਹਾਂ ਮੁਸਾਫਿਰ ਆਦਮੀ ਨਾਲ ਪ੍ਰੇਮ ਕਰਨਾ ਅੱਛਾ ਨਹੀਂ। ਸੰਭਲੋ ਅਤੇ ਹੋਸ਼ ਕਰੋ। ਕਦੇ ਪਰਦੇਸੀਆਂ ਨਾਲ ਵੀ ਕਿਸੇ ਨੇ ਪ੍ਰੇਮ ਕੀਤਾ ਤਾਂ ਅੱਗੋਂ ਰਾਜਕੁਮਾਰੀ ਨੇ ਕਿਹਾ, ਹੇ ਸਖੀਓ, ਉਸ ਪਰਦੇਸੀ ਦੀ ਸ਼ਕਲ ਮੇਰੇ ਦਿਲ ਅਤੇ ਅੱਖਾਂ ਵਿੱਚ ਵਸ ਰਹੀ ਹੈ। ਮੈਂ ਬਥੇਰਾ ਭੁਲਾਉਂਦੀ ਹਾਂ, ਪਰ ਨਹੀਂ ਭੁੱਲਦੀ। ਆਪੇ ਆਪ ਪ੍ਰੇਮ ਵੱਧਦਾ ਜਾਂਦਾ ਹੈ। ਦਿਲ ਤਾਂ ਇਹ ਚਾਹੁੰਦਾ ਹੈ ਕਿ ਇੱਕ ਪਲ ਵੀ ਆਪਣੀ ਅੱਖਾਂ ਤੋਂ ਦੂਰ ਨਾ ਕਰਾਂ, ਪਰ ਲਾਚਾਰ ਹਾਂ ਕਿ ਕੀ ਕਰਾਂ।
ਅਜਿਹੇ ਜੀਵਨ ਨਾਲੋਂ ਮਰ ਜਾਣਾ ਚੰਗਾ ਹੈ। ਜੇਕਰ ਤੁਸੀਂ ਮੇਰਾ ਜਿਉਣਾ ਚਾਹੁੰਦੀਆਂ ਹੋ, ਕਿਸੇ ਢੰਗ ਨਾਲ ਰਾਜਕੁਮਾਰ ਨੂੰ ਮੇਰੇ ਨਾਲ ਮਿਲਾਓ, ਨਹੀਂ ਤਾਂ। ਇਹ ਕਹਿ ਕੇ ਇੱਕ ਠੰਡੀ ਸਾਹ ਭਰੀ। ਇੱਧਰ ਰਾਜਕੁਮਾਰ ਦਾ ਰਾਜਕੁਮਾਰੀ ਦੇ ਪ੍ਰੇਮ ਵਿੱਚ ਇਹ ਹਾਲ ਸੀ ਕਿ ਜੰਗਲਾਂ ਵਿੱਚ ਮਾਰਿਆ ਮਾਰਿਆ ਫਿਰਦਾ ਸੀ। ਕਿੱਸਾ ਕੀ ਕਿ ਪ੍ਰੇਮ ਰੋਗ ਧਰਮਪਾਲ ਨੂੰ ਲੱਗ ਗਿਆ ਕਿ ਉਸਦੀ ਹਾਲਤ ਅਜਿਹੀ ਖਰਾਬ ਹੋ ਗਈ ਸੀ ਕਿ ਸੁੱਕ ਕੇ ਕੰਡਾ ਹੋ ਗਿਆ। ਜਦ ਧਰਮਪਾਲ ਨੂੰ ਲਸ਼ਕਰ ਨਾਲੋਂ ਅੱਡ ਹੋਇਆ ਮੁੱਦਤ ਲੰਘ ਗਈ ਤਾਂ ਲਸ਼ਕਰ ਵਾਲਿਆਂ ਨੂੰ ਫਿਕਰ ਹੋਇਆ। ਅਖੀਰ ਨੂੰ ਲਾਚਾਰ ਲਸ਼ਕਰ ਵਿੱਚੋਂ ਚੰਦਰਦੱਤ, ਜੋ ਕਿ ਧਰਮਪਾਲ ਦਾ ਦੋਸਤ ਸੀ, ਆਪਣੇ ਦੋਸਤ ਨੂੰ ਢੂੰਡਣ ਲਈ ਨਿਕਲਿਆ। ਕੁਝ ਮੁੱਦਤ ਨੂੰ ਆਪਣੇ ਦੋਸਤ ਨੂੰ ਜਾ ਮਿਲਿਆ। ਦੋਸਤ ਦੀ ਬੁਰੀ ਦਸ਼ਾ ਦੇਖ ਕੇ ਪੁੱਛਿਆ ਕਿ ਤੇਰੀ ਕੀ ਹਾਲਤ ਹੈ ਤੇ ਕਿਸ ਵਾਸਤੇ ਇੰਨਾ ਦੁੱਖ ਉਠਾਉਂਦੇ ਹੋ, ਮੈਨੂੰ ਵੀ ਦੱਸੋ। ਧਰਮਪਾਲ ਆਪਣੇ ਦੋਸਤ ਦੇ ਗਲ ਲੱਗਿਆ ਅਤੇ ਰੋ ਉੱਠਿਆ। ਜਦੋਂ ਦੋਸਤ ਨੇ ਪੁੱਛਿਆ ਤਾਂ ਲਾਚਾਰ ਹੋ ਕੇ ਕਹਿਣ ਲੱਗ ਪਿਆ ਕਿ ਇੱਕ ਲੜਕੀ ਇੱਥੇ ਨਹਾਉਣ ਵਾਸਤੇ ਆਪਣੀਆਂ ਸਹੇਲੀਆਂ ਨਾਲ ਇੱਕ ਤਲਾਬ 'ਤੇ ਆਈ ਸੀ। ਉਸ ਦੇ ਪ੍ਰੇਮ ਵਿੱਚ ਇਹ ਹਾਲ ਹੋਇਆ ਹੈ। ਤੇ ਦੋਸਤ ਚੰਦਰਦੱਤ, ਮੈਂ ਉਸ ਦੀ ਸੁੰਦਰਤਾ ਹੀ ਬਿਆਨ ਨਹੀਂ ਕਰ ਸਕਦਾ ਕਿ ਜਿਤਨੀ ਉਹ ਸੁੰਦਰ ਹੈ। ਅਤੇ ਜਦੋਂ ਮੇਰੀ ਨਜ਼ਰ ਉਸ ਨਾਲ ਮਿਲੀ, ਪਤਾ ਨਹੀਂ ਮੈਨੂੰ ਕੀ ਹੋਇਆ ਹੈ। ਨਾ ਰਾਤ ਨੂੰ ਨੀਂਦਰ ਆਉਂਦੀ ਹੈ ਤੇ ਨਾ ਦਿਨ ਵਿੱਚ ਆਰਾਮ ਮਿਲਦਾ ਹੈ। ਬਿਨਾਂ ਉਸ ਦੇ ਖਿਆਲ ਦੇ ਕੁਝ ਨਹੀਂ ਪਾਉਂਦਾ। ਚੰਦਰਦੱਤ ਸਮਝਾਉਣ ਲੱਗਾ ਕਿ ਮਰਦ ਹੋ ਕੇ ਇਤਨਾ ਉਦਾਸ ਤੇ ਅਜਿਹੀਆਂ ਘਾਬਰੀਆਂ ਹੋਈਆਂ ਗੱਲਾਂ ਕਰਦੇ ਹੋ। ਮਰਦ ਜਿਸ ਕੰਮ ਨੂੰ ਸ਼ੁਰੂ ਕਰਦੇ ਹਨ, ਪਹਿਲਾਂ ਉਸ ਦਾ ਅਖੀਰ ਸੋਚ ਲੈਂਦੇ ਹਨ। ਕਿਸੇ ਸਿਆਣੇ ਨੇ ਕਿਹਾ, ਚੰਗਾ ਦੋਹਰਾ ਲਿਖਿਆ ਹੈ, ਬਿਨ ਵਿਚਾਰੇ ਜੋ ਕਰੇ ਫਿਰ ਪਿੱਛੇ ਪਛਤਾਏ, ਕੰਮ ਵਿਗਾੜੇ ਆਪਣਾ ਜਗ ਵਿੱਚ ਹੋਏ ਹਸਾਏ। ਹੇ ਦੋਸਤ, ਅਜਿਹੇ ਅਕਲ ਵਾਲੇ ਹੋ ਕੇ ਇਸਤਰੀਆਂ ਨਾਲ ਪ੍ਰੇਮ ਪਾਉਂਦੇ ਹੋ। ਅਕਲਮੰਦ ਇਸਤਰੀਆਂ ਦੇ ਫੰਦੇ ਵਿੱਚ ਨਹੀਂ ਫਸਦੇ। ਤਾਂ ਧਰਮਪਾਲ ਬੋਲਿਆ ਕਿ ਚੰਦਰਦੱਤ, ਇਸਤਰੀ ਤੇ ਮਰਦ ਦਾ ਫੰਦਾ ਸੁੰਦਰਤਾ ਹੀ ਹੈ। ਚੰਦਰਦੱਤ ਨੇ ਕਿਹਾ, ਇਹ ਤਾਂ ਠੀਕ ਹੈ, ਪਰ ਅਜਿਹੀ ਆਦਤ ਮਰਦ ਨੂੰ ਨਹੀਂ ਰੱਖਣੀ ਚਾਹੀਦੀ। ਧਰਮਪਾਲ ਬੋਲਿਆ ਕਿ ਤੇਰੀ ਨਸੀਹਤ ਬੇਕਾਰ ਹੈ। ਬਿਨਾਂ ਇਸਤਰੀ ਤੇ ਮਰਦ ਦੁਨੀਆ ਵਿੱਚ ਬੇਪਰ ਹੈ। ਇਹ ਗੱਲਾਂ ਧਰਮਪਾਲ ਦੀਆਂ ਸੁਣ ਕੇ ਚੰਦਰਦੱਤ ਬੋਲਿਆ, ਜੇ ਆਪ ਦੀ ਇਹੀ ਮਰਜ਼ੀ ਹੈ ਅਤੇ ਆਪਣੀ ਪਹਿਲੀ ਇਸਤਰੀ ਨੂੰ ਦੁੱਖ ਦੇਣਾ ਹੈ ਤਾਂ ਮੈਂ ਆਪ ਦੀ ਦੂਜੀ ਸ਼ਾਦੀ ਕਰਾ ਦਿਆਂਗਾ। ਇਸ ਹੱਠ ਕੋ ਛੋੜ ਦੇ, ਕੌਣ ਤੁਝੇ ਸਮਝਾਏ, ਸੰਗਲਦੀਪ में पद्मावती दूंगा तुझे लाई। ਚੰਦਰਦੱਤ ਨੇ ਬਹੁਤ ਸਮਝਾਇਆ, ਪਰ ਧਰਮਪਾਲ ਨੇ ਜ਼ਰਾ ਵੀ ਖਿਆਲ ਨਾ ਕੀਤਾ ਤੇ ਨਾ ਹੀ ਪਹਿਲੀ ਇਸਤਰੀ ਦਾ ਖਿਆਲ ਕੀਤਾ। ਕਹਿ ਕੰਚਨ ਕਹਿ ਕਾਂਚ ਹੈ, ਕਹਾਂ ਪੰਚ ਕਹਿ ਭੂਪ, ਪਦਮਾਵਤੀ ਸ਼ਰਮਾਤ ਹੈ, ਦੇਖਤ ਉਸਦਾ ਰੂਪ। ਧਰਮਪਾਲ ਦਾ ਇਹ ਦੋਹਰਾ ਸੁਣ ਕੇ ਚੰਦਰਦੱਤ ਬੋਲਿਆ, ਨਾਹਕ ਤੁਮ ਮੂਰਖ ਬਣੋ ਹੋ ਕੇ ਚਤਰ ਸੁਜਾਨ, ਸੋਚ ਸਮਝ ਕੇ ਕਰ ਚੱਲੋ ਤਜੋ ਪ੍ਰੇਮ ਕੀ ਬਾਨ। ਚੰਦਰਦੱਤ ਨੇ ਬਹੁਤ ਸਮਝਾਇਆ, ਪਰ ਉਸਨੇ ਕੁਝ ਖਿਆਲ ਨਾ ਕੀਤਾ। ਤਾਂ ਚੰਦਰਦੱਤ ਨੇ ਸੋਚਿਆ ਕਿ ਇਸ ਨੂੰ ਸਮਝਾਉਣਾ ਬੇਅਰਥ ਹੈ ਤੇ ਹੁਣ ਇਹਦੇ ਨਾਲੋਂ ਹਟ ਜਾਣਾ ਹੀ ਚੰਗਾ ਨਹੀਂ, ਕਿਉਂਕਿ ਪਤਾ ਨਹੀਂ ਉਸ ਦੇ ਪ੍ਰੇਮ ਵਿੱਚ ਇਹ ਆਪਣਾ ਕੀ ਹਾਲ ਕਰੇ ਅਤੇ ਨਹੀਂ ਪਤਾ ਕਿੱਥੇ ਕਿੱਥੇ ਮਰਿਆ ਫਿਰੇ। ਲਾਚਾਰ ਹੋ ਕੇ ਧਰਮਪਾਲ ਤੋਂ ਪੁੱਛਿਆ, ਹੇ ਦੋਸਤ, ਭਲਾ ਇਹ ਤਾਂ ਦੱਸ ਕਿ ਜਿਸ ਨੂੰ ਇਤਨਾ ਪ੍ਰੇਮ ਕਰਦੇ ਹੈ ਉਸਨੇ ਤੈਨੂੰ ਕੁਝ ਕਿਹਾ ਵੀ ਹੈ ਅਤੇ ਕੁਝ ਪਤਾ ਆਪਣੇ ਰਹਿਣ ਦਾ ਦਿੱਤਾ ਹੈ ਜਾਂ ਨਹੀਂ? ਜੇਕਰ ਆਪ ਮੈਨੂੰ ਪਤਾ ਦੇਵੋਗੇ ਤਾਂ ਮੈਂ ਤੇਰੀ ਪਿਆਰੀ ਨੂੰ ਤੇਰੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਾਂ। ਤਾਂ ਧਰਮਪਾਲ ਬੋਲਿਆ, ਉਸ ਦਾ ਮੈਨੂੰ ਪਤਾ ਨਿਸ਼ਾਨ ਨਹੀਂ ਹੈ। ਤਾਂ ਚੰਦਰਦੱਤ ਨੇ ਕਿਹਾ, ਦੋਸਤ, ਜਿਸ ਆਦਮੀ ਦਾ ਪਤਾ ਨਿਸ਼ਾਨ ਨਾ ਹੋਵੇ ਉਸ ਦਾ ਪਤਾ ਕਿਵੇਂ ਮਿਲ ਸਕਦਾ ਹੈ? ਇਹ ਤਾਂ ਦੱਸੋ ਕਿ ਜਿਸ ਵੇਲੇ ਤੇਰੇ ਸਾਹਮਣੇ ਤੋਂ ਗਈ ਸੀ ਕੋਈ ਇਸ਼ਾਰਾ ਵੀ ਕੀਤਾ ਸੀ? ਧਰਮਪਾਲ ਬੋਲਿਆ, ਸਿਰ ਤੋਂ ਫੁੱਲ ਉਤਾਰ ਕੇ ਕਾਨੋਂ ਲਿਆ ਲਗਾਏ, ਫਿਰ ਛਾਤੀ ਪਰ ਧਰ ਉਸੇ ਪੈਰੋਂ ਲਿਆ ਦਿਲਾਏ। ਹੇ ਦੋਸਤ, ਇਤਨਾ ਇਸ਼ਾਰਾ ਬੇਸ਼ੱਕ ਮੇਰੇ ਵੱਲ ਕੀਤਾ ਹੈ ਤੇ ਮੈਨੂੰ ਫਟਕ ਕਰਕੇ ਚਲੀ ਗਈ ਹੈ। ਤਾਂ ਚੰਦਰਦੱਤ ਨੇ ਕਿਹਾ ਕਿ ਹੇ ਦੋਸਤ, ਹੁਣ ਆਪ ਅਜਿਹਾ ਆਸ ਨਾ ਤੋੜੋ ਤੇ ਨਾ ਘਬਰਾਓ। ਮੈਂ ਉਸ ਦੇ ਇਸ਼ਾਰੇ ਨੂੰ ਸਮਝ ਗਿਆ ਹਾਂ। ਤੇਰੀ ਪਿਆਰੀ ਨੇ ਜੋ ਫੁੱਲ ਪਹਿਲੇ ਕੰਨ ਨਾਲ ਲਗਾਇਆ ਸੀ, ਉਸ ਦਾ ਮਤਲਬ ਇਹ ਹੈ ਕਿ ਉਹ ਕਰਨਾਟਕ ਦੇ ਰਾਜਾ ਦੀ ਲੜਕੀ ਹੈ। ਫਿਰ ਉਸਨੇ ਫੁੱਲ ਨੂੰ ਛਾਤੀ ਨਾਲ ਲਗਾਇਆ, ਉਸ ਦਾ ਮਤਲਬ ਇਹ ਸੀ ਕਿ ਮੈਂ ਤੈਨੂੰ ਜਾਨ ਨਾਲੋਂ ਵੱਧ ਪਿਆਰਾ ਸਮਝਦੀ ਹਾਂ। ਅਤੇ ਉਸਨੇ ਫੁੱਲ ਆਪਣੇ ਪੈਰਾਂ ਹੇਠਾਂ ਦਬਾਇਆ ਸੀ, ਉਸ ਦਾ ਮਤਲਬ ਇਹ ਹੈ ਉਸ ਦਾ ਨਾਂ ਪਦਮਾਵਤੀ ਹੈ। ਸੋ ਹੇ ਦੋਸਤ, ਤੈਨੂੰ ਰੰਜ ਕਰਨਾ ਵਿਅਰਥ ਹੈ। ਉਸ ਦੇ ਮਿਲਣ ਵਿੱਚ ਕੋਈ ਚਿੰਤਾ ਨਹੀਂ ਹੈ। ਕਿੱਸਾ ਕੀ ਧਰਮਪਾਲ ਨੇ ਸਭ ਫੌਜ ਨੂੰ ਪਿੱਛੇ ਭੇਜ ਦਿੱਤਾ। ਆਪ ਤੇ ਉਸ ਦਾ ਦੋਸਤ ਦੋਵੇਂ ਟੁਰ ਪਏ। ਧਰਮਪਾਲ ਮਜਨੂੰ ਵਾਂਗ ਦੋਹਰੇ ਤੇ ਗਜ਼ਲਾਂ ਉਸ ਦੇ ਪ੍ਰੇਮ ਵਿੱਚ ਗਾਉਂਦਾ ਜਾਂਦਾ ਸੀ ਅਤੇ ਉਸ ਦੇ ਪ੍ਰੇਮ ਦੇ ਨਸ਼ੇ ਵਿੱਚ ਚੂਰ ਹੋ ਗਿਆ ਸੀ। ਜਦ ਸ਼ਾਮ ਹੋਈ ਤਾਂ ਦੋਹਾਂ ਨੇ ਜੰਗਲ ਵਿੱਚ ਪੰਛੀਆਂ ਦੀ ਤਰ੍ਹਾਂ ਬਸੇਰਾ ਕੀਤਾ। ਧਰਮਪਾਲ ਸਾਰੀ ਰਾਤ ਰੋਂਦਾ ਰਿਹਾ ਔਰ ਚੰਦਰਦੱਤ ਸਮਝਾਉਂਦਾ ਰਿਹਾ। ਜਦ ਸਵੇਰ ਹੋਈ ਦੋਵੇਂ ਟੁਰ ਪਏ। ਕਈ ਦਿਨ ਦੀ ਮੁਸਾਫਰੀ ਪਿੱਛੋਂ ਦੋਵੇਂ ਕਰਨਾਟਕ ਦੇਸ਼ ਪਹੁੰਚੇ। ਰਹਿਣ ਵਾਸਤੇ ਕੋਈ ਚੰਗੀ ਜਗ੍ਹਾ ਦੇਖ ਰਹੇ ਸਨ
ਕਿ ਜੋ ਇੱਕ ਬਾਗ ਨਜ਼ਰੀ ਪੈ ਗਿਆ। ਚਾਰੇ ਪਾਸੇ ਪੱਕੀ ਕੰਧ ਬਣਾਈ ਹੋਈ ਸੀ। ਬਾਗ ਵਿੱਚ ਹਰ ਪਾਸੇ ਫੁੱਲਾਂ ਦੀਆਂ ਕਿਆਰੀਆਂ ਖੜੀਆਂ ਹੋਈਆਂ ਸਨ। ਦੋਵੇਂ ਦੋਸਤ ਬਾਗ ਦੇ ਅੰਦਰ ਗਏ। ਜਗ੍ਹਾ ਜਗ੍ਹਾ 'ਤੇ ਨਿੱਕੇ ਨਿੱਕੇ ਤਲਾਬ ਸਨ, ਜਿਨ੍ਹਾਂ ਵਿੱਚ ਬੜਾ ਠੰਡਾ ਤੇ ਮਿੱਠਾ ਪਾਣੀ ਭਰਿਆ ਸੀ। ਸਾਰੇ ਪਾਸੇ ਪੰਛੀ ਕਲੋਲ ਕਰਦੇ ਸਨ। ਹਰ ਪਾਸੇ ਬਾਗ ਵਿੱਚ ਬਹਾਰ ਹੀ ਬਹਾਰ ਸੀ। ਇਤਨੇ ਨੂੰ ਇੱਕ ਮਾਲਣ ਆਈ ਔਰ ਬੜੇ ਗੁੱਸੇ ਨਾਲ ਕਹਿਣ ਲੱਗੀ ਕਿ ਤੁਸੀਂ ਕੌਣ ਹੋ? ਕਿਸ ਤਰ੍ਹਾਂ ਇੱਥੇ ਆਏ ਹੋ? ਤੁਹਾਨੂੰ ਪਤਾ ਨਹੀਂ ਇਹ ਬਾਗ ਕਿਸ ਦਾ ਹੈ? ਤੇ ਹੁਣੇ ਹੀ ਨਿਕਲ ਜਾਓ, ਨਹੀਂ ਤਾਂ ਪਦਮਨੀ ਨੂੰ ਪਤਾ ਲੱਗ ਗਿਆ ਤਾਂ ਖਬਰ ਨਹੀਂ ਤੁਹਾਡਾ ਕੀ ਹਾਲ ਕਰੇ। ਚੰਦਰ ਦਾ ਅਕਲ ਵਾਲਾ ਸੀ ਤੇ ਜੇਬ ਵਿੱਚੋਂ ਕੁਝ ਸ਼ਰਫੀਆਂ ਕੱਢੀਆਂ ਤੇ ਮਾਲਣ ਨੂੰ ਦਿੱਤੀਆਂ ਤੇ ਕਿਹਾ, ਇਹ ਮਾਲਣ, ਅੱਜ ਸਾਨੂੰ ਰਹਿਣ ਦੇ, ਕੱਲ੍ਹ ਅਸੀਂ ਆਪੇ ਚਲੇ ਜਾਵਾਂਗੇ। ਚੰਦਰ ਦੱਤ ਦੀਆਂ ਗੱਲਾਂ ਸੁਣ ਕੇ ਮਾਲਣ ਨੂੰ ਰਹਿਮ ਆ ਗਿਆ ਤੇ ਕਿਹਾ, ਅੱਛਾ ਟਿਕੇ ਰਹੋ। ਪਰ ਇਹ ਮਾਲਣ ਨੂੰ ਪਤਾ ਲੱਗ ਗਿਆ ਕਿ ਕਿਸੇ ਰਾਜੇ ਦੇ ਲੜਕੇ ਹਨ, ਇਸ ਲਈ ਉਹਨਾਂ ਨੂੰ ਇੱਕ ਚੰਗਾ ਮਕਾਨ ਉਹਨਾਂ ਨੇ ਰਹਿਣ ਲਈ ਦਿੱਤਾ ਅਤੇ ਉਹਨਾਂ ਨੇ ਘੋੜਿਆਂ ਨੂੰ ਆਪਣੇ ਤਵੇਲੇ ਵਿੱਚ ਬੰਨ੍ਹ ਦਿੱਤਾ। ਤੋਤਾ ਬੋਲਿਆ, ਹੇ ਮੈਨਾ, ਇੱਧਰ ਧਰਮਪਾਲ ਪਦਮਾਵਤੀ ਦੇ ਵਿਛੋੜੇ ਵਿੱਚ ਬੇਚੈਨ, ਤੇ ਉੱਧਰ ਜਿਸ ਦਿਨ ਤੋਂ ਰਾਜਕੁਮਾਰੀ ਨੇ ਧਰਮਪਾਲ ਨੂੰ ਦੇਖਿਆ ਸੀ, ਉਸ ਦਿਨ ਤੋਂ ਹੀ ਉਸਦੇ ਪ੍ਰੇਮ ਵਿੱਚ ਅਜਿਹੀ ਫਸੀ ਸੀ ਕਿ ਖਾਣਾ ਪੀਣਾ ਤੇ ਆਰਾਮ ਸਭ ਛੋੜ ਦਿੱਤਾ ਸੀ ਅਤੇ ਦਿਨ ਰਾਤ ਰੋਂਦਿਆਂ ਹੀ ਲੰਘਿਆ ਸੀ। ਉਸ ਦੀਆਂ ਸਹੇਲੀਆਂ ਨੇ ਜੋ ਹਾਲ ਦੇਖਿਆ ਘਬਰਾ ਕੇ ਕਿਹਾ ਕਿ ਹੇ ਪਿਆਰੀ, ਪਤਾ ਨਹੀਂ ਆਪ ਨੂੰ ਕੀ ਹੋਇਆ ਹੈ ਕਿ ਰਾਤ ਦਿਨ ਰੋਂਦਿਆਂ ਰੋਂਦਿਆਂ ਲੰਘਦਾ ਹੈ, ਇੱਕ ਘੜੀ ਵੀ ਖੁਸ਼ੀ ਨਾਲ ਨਹੀਂ ਲੰਘਦੀ। ਦੇਖੋ ਅੱਜ ਕੱਲ੍ਹ ਕਿਹਾ ਸੁੰਦਰ ਬਸੰਤ ਦਾ ਮੌਸਮ ਹੈ, ਸੋਹਣੇ ਸੋਹਣੇ ਫੁੱਲ ਖਿੜ ਰਹੇ ਹਨ, ਜੰਗਲ ਵਿੱਚ ਸਰਸ ਫਲੀ ਹੋਈ ਹੈ। ਇਸ ਮੌਸਮ ਵਿੱਚ ਇਸਤਰੀਆਂ ਮਰਦ ਰਾਗ ਤੇ ਬਾਜੇ ਵਜਾ ਕੇ ਬਸੰਤ ਮਨਾਉਂਦੇ ਹਨ। ਹੇ ਪ੍ਰਾਣ ਪਿਆਰੀ, ਅਜਿਹੇ ਮੌਸਮ ਵਿੱਚ ਆਪ ਰੋਂਦੇ ਹੋ? ਆਪ ਉੱਠ ਕੇ ਇਸ਼ਨਾਨ ਕਰੋ ਅਤੇ ਆਪਣੇ ਕੱਪੜੇ ਬਦਲੋ ਅਤੇ ਸਾਰੀਆਂ ਸਹੇਲੀਆਂ ਨਾਲ ਮਿਲ ਕੇ ਗਾਓ ਵਜਾਓ। ਤੁਹਾਨੂੰ ਇਸ ਤਰ੍ਹਾਂ ਰੰਜ ਵਿੱਚ ਦੇਖ ਕੇ ਸਾਰਿਆਂ ਨੂੰ ਦੁੱਖ ਪ੍ਰਾਪਤ ਹੁੰਦਾ ਹੈ। ਪਰਮਾਤਮਾ ਆਪ ਦਾ ਦੁੱਖ ਦੂਰ ਕਰੇ। ਤਾਂ ਰਾਜਕੁਮਾਰੀ ਕਹਿਣ ਲੱਗੀ, ਹੇ ਸਖੀ, ਜਿਸ ਦਿਨ ਤੋਂ ਉਸ ਰਾਜਕੁਮਾਰ ਨੂੰ ਉਸ ਤਲਾਬ 'ਤੇ ਦੇਖਿਆ ਹੈ, ਉਸ ਦਿਨ ਦਾ ਹੀ ਮੇਰਾ ਦਿਲ ਚਕੋਰ ਦੀ ਨਿਆਈ ਉਸ ਚੰਦ ਵਰਗੇ ਮੁਖੜੇ ਤੋਂ ਕੁਰਬਾਨ ਹੈ। ਬਿਨਾਂ ਉਸ 'ਤੇ ਦੇਖੇ ਚੈਨ ਨਹੀਂ ਹੈ। ਇਹ ਕਹਿ ਕੇ ਇੱਕ ਠੰਡੀ ਸਾਹ ਲਈ ਤੇ ਪਲੰਘ 'ਤੇ ਢਹਿ ਪਈ। ਰਾਜਕੁਮਾਰੀ ਦੀਆਂ ਗੱਲਾਂ ਦੇਖ ਸਹੇਲੀਆਂ ਸਮਝਾਉਣ ਲੱਗੀਆਂ ਕਿ ਤੂੰ ਇਤਨੀ ਸਿਆਣੀ ਹੋ ਕੇ ਇੱਕ ਅਣਜਾਣ ਆਦਮੀ ਜਿਸ ਦਾ ਕੋਈ ਪਤਾ ਨਿਸ਼ਾਨ ਨਹੀਂ, ਉਸ ਉੱਤੇ ਆਪ ਨੂੰ ਕੁਰਬਾਨ ਕਰਦੀ ਹੈ। ਕੀ ਪਤਾ ਉਹ ਕੌਣ ਸੀ, ਕਿੱਧਰੋਂ ਆਇਆ ਤੇ ਕਿੱਧਰ ਗਿਆ। ਤੁਸੀਂ ਵੀ ਉਹ ਗੱਲ ਕਰਦੇ ਹੋ ਜੋ ਮਾਨ ਨਾ ਮਾਨ, ਮੈਂ ਤੇਰਾ ਮਹਿਮਾਨ। ਭਲਾ ਆਪਣੇ ਦਿਲ ਵਿੱਚ ਖਿਆਲ ਕਰੋ, ਇਸ ਤਰ੍ਹਾਂ ਕਦੇ ਕਿਸੇ ਦਾ ਪ੍ਰੇਮ ਹੋਇਆ ਹੈ? ਹੁਣ ਆਪ ਮਿਹਰਬਾਨੀ ਕਰਕੇ ਸਾਡਾ ਕਹਿਣਾ ਮੰਨੋ ਤੇ ਇਸ ਤਰ੍ਹਾਂ ਰੰਜ ਕਰਨ ਤੋਂ ਹਟੋ। ਇਸ ਪ੍ਰੇਮ ਦਾ ਨਾਂ ਕਦੇ ਭੁੱਲ ਕੇ ਵੀ ਨਹੀਂ ਲੈਣਾ। ਇਹ ਬੁਰੀ ਬਲਾ ਹੈ, ਇਸ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ, ਬੜੇ ਬੜੇ ਸੁੰਦਰ ਜਵਾਨਾਂ ਨੂੰ ਖੁਆਰਾ ਕਰਕੇ ਜ਼ਮੀਨ 'ਤੇ ਸਵਾ ਦਿੱਤਾ। ਇਹ ਗੱਲ ਸਹੇਲੀਆਂ ਦੀ ਸੁਣ ਕੇ ਰਾਜਕੁਮਾਰੀ ਨੂੰ ਗੁੱਸਾ ਆਇਆ ਤੇ ਉਹ ਬੇਹੋਸ਼ ਹੋ ਗਈ। ਸਹੇਲੀਆਂ ਨੇ ਹੋਸ਼ ਵਿੱਚ ਲਿਆਉਣ ਦਾ ਯਤਨ ਕੀਤਾ। ਹੋਸ਼ ਆਈ ਤਾਂ ਕਲੇਜੇ ਨੂੰ ਪਕੜ ਕੇ ਹੌਲੀ ਹੌਲੀ ਰੋਣ ਲੱਗੀ। ਇਹ ਦੇਖ ਕੇ ਸਹੇਲੀਆਂ ਨੇ ਸਮਝਿਆ ਕਿ ਇਸ ਤਰ੍ਹਾਂ ਨਹੀਂ ਸਮਝੇਗੀ। ਇਸ ਤੋਂ ਚੰਗਾ ਹੈ ਕਿ ਇਸ ਦੇ ਮਾਤਾ ਪਿਤਾ ਨੂੰ ਖਬਰ ਦਈਏ। ਅਜਿਹਾ ਨਾ ਹੋਵੇ ਜੋ ਅਸੀਂ ਨਾ ਦੱਸੀਏ ਤੇ ਕਿਧਰੇ ਆਪ ਸੁਣ ਲੈਣ ਤੇ ਸਾਡੇ ਭਾਅ ਦੀ ਸਖਤੀ ਆ ਜਾਵੇ। ਇਹ ਗੱਲ ਸੋਚ ਸਾਰੀਆਂ ਨੇ ਰਾਜਕੁਮਾਰੀ ਦੀ ਅਜਿਹੀ ਹਾਲਤ ਹੋ ਰਹੀ ਹੈ ਕਿ ਰਾਣੀ ਜੀ 5 ਦਿਨਾਂ ਤੋਂ ਨਾ ਕੁਝ ਖਾਂਦੀ ਹੈ ਤੇ ਨਾ ਪੀਂਦੀ ਹੈ, ਨਾ ਆਰਾਮ ਕਰਦੀ ਹੈ। ਹਰ ਵੇਲੇ ਰੋਣ ਦਾ ਹੀ ਕੰਮ ਹੈ ਤੇ ਕਦੇ ਕਦੇ ਬੇਢੰਗੀਆਂ ਨਾਲ ਗੱਲਾਂ ਕਰਦੀ ਹੈ। ਇਹ ਸੁਣ ਕੇ ਉਸ ਦੀ ਮਾਤਾ ਘਬਰਾਈ ਤੇ ਢਹਿੰਦੀ ਉੱਠਦੀ ਮਹਿਲ ਵਿੱਚ ਆਈ ਅਤੇ ਰੋ ਕੇ ਪੁੱਛਣ ਲੱਗੀ ਕਿ ਹੇ ਪੁੱਤਰੀ, ਤੂੰ ਦੱਸ ਤੈਨੂੰ ਕੀ ਹੋਇਆ ਹੈ? ਤੇਰੀ ਇਹ ਹਾਲਤ ਕਿਉਂ ਹੋ ਰਹੀ ਹੈ? ਆਪਣੇ ਦਿਲ ਦਾ ਹਾਲ ਸੱਚਮੁੱਚ ਦੱਸ। ਰਾਜਕੁਮਾਰੀ ਆਪਣੀ ਮਾਤਾ ਦੀਆਂ ਗੱਲਾਂ ਸੁਣ ਕੇ ਚੁੱਪ ਰਹੀ ਤੇ ਰੋਣ ਲੱਗੀ। ਇਹ ਦੇਖ ਉਸ ਦੀ ਮਾਂ ਵੀ ਰੋਣ ਲੱਗੀ ਤੇ ਰੌਲਾ ਪਾਉਣ ਲੱਗੀ ਕਿ ਮੇਰੀ ਬੱਚੀ ਨੂੰ ਕੀ ਹੋਇਆ। ਉਸ ਦੀ ਇੱਕ ਗੋਲੀ ਉਸ ਦੇ ਪਿਤਾ ਨੂੰ ਬੁਲਾ ਲਿਆਈ। ਜਦ ਰਾਜਾ ਨੇ ਪਦਮਾਵਤੀ ਦੀ ਇਹ ਹਾਲਤ ਦੇਖੀ, ਹੈਰਾਨ ਹੋ ਕੇ ਰਾਣੀ ਕੋਲੋਂ ਹਾਲ ਪੁੱਛਿਆ। ਕੁਝ ਚਿਰਾਂ ਪਿੱਛੋਂ ਰਾਜੇ ਨੇ ਨੌਕਰ ਨੂੰ ਹਕੀਮ ਨੂੰ ਬੁਲਾਉਣ ਲਈ ਭੇਜਿਆ। ਜਦ ਹਕੀਮ ਸਾਹਿਬ ਆਏ ਤੇ ਨਬਜ਼ ਦੇਖੀ ਤਾਂ ਰਾਜਕੁਮਾਰੀ ਨੇ ਕਿਹਾ, ਨਾੜ ਛੋਹਤ ਵੈਦ ਕਿਉਂ ਫੜੇ ਪਕੜ ਕੇ ਹਾਥ, ਜਾ ਬੈਠਾ ਕਰ ਆਪਣੇ ਮੁਝੇ ਨਾ ਕੁਛ ਸੁਹਾਤ। ਨੈਣ ਆਣ ਮੇਰੇ ਲਾਗੇ ਰਹੋ ਜ਼ਹਿਰ ਤਨ ਛਾਏ, ਅਸਾਂ ਕੋ ਜਗ ਵੈਦ ਹੋ ਜੋ ਅੱਛਾ ਕਰ ਜਾਏ। ਇਹ ਗੱਲਾਂ ਰਾਜਕੁਮਾਰੀ ਦੀਆਂ ਸੁਣ ਕੇ ਹਕੀਮ ਸਮਝ ਗਿਆ ਕਿ ਕਿਸੇ ਦੇ ਪ੍ਰੇਮ ਵਿੱਚ ਪੈ ਗਈ ਹੈ। ਇਹ ਸੋਚ ਹਕੀਮ ਰਾਜਕੁਮਾਰੀ ਦੇ ਮਾਤਾ ਪਿਤਾ ਨੂੰ ਕਹਿਣ ਲੱਗਾ ਕਿ ਜਦੋਂ ਤੱਕ ਇਹਦਾ ਪਿਆਰ ਇਸ ਨੂੰ ਨਹੀਂ ਮਿਲੇਗਾ,
ਇਹ ਚੰਗੀ ਨਹੀਂ ਹੋਵੇਗੀ। ਉਧਰ ਤਾਂ ਹਕੀਮ ਕਹੇ ਇਸ ਨੂੰ ਕਿਸੇ ਦਾ ਪ੍ਰੇਮ ਹੈ, ਇਸ ਕਰਕੇ ਇਸ ਦੀ ਹਾਲਤ ਹੋ ਰਹੀ ਹੈ। ਮਰਜ਼ ਬੇਇਲਾਜ ਹੈ। ਇਸ ਨੂੰ ਉਹ ਚੰਗਾ ਕਰੇ ਕਿ ਜਿਸ ਦਾ ਵਿਛੋੜਾ ਇਸ ਦੀ ਬਿਮਾਰੀ ਦਾ ਕਾਰਨ ਹੋਇਆ ਹੈ। ਉੱਧਰ ਰਾਜਕੁਮਾਰੀ ਦੇ ਮਾਤਾ ਪਿਤਾ ਇਹ ਸੁਣ ਕੇ ਰੰਜ ਵਿੱਚ ਪੈ ਗਏ ਤੇ ਮਹਿਲ ਨੂੰ ਚਲੇ ਗਏ ਅਤੇ ਸਾਰੀਆਂ ਸਹੇਲੀਆਂ ਨੇ ਚਾਹਿਆ ਕਿ ਕੁਝ ਗਾਣਾ ਰਾਜਕੁਮਾਰੀ ਨੂੰ ਸੁਣਾ ਦੇਈਏ ਤਾਂ ਜੋ ਕੁਝ ਦੇਰ ਲਈ ਗਮ ਦੂਰ ਹੋਵੇ। ਜਦ ਗਾਣ ਲਈ ਸਹੇਲੀਆਂ ਨੇ ਆਗਿਆ ਮੰਗੀ ਤਾਂ ਰਾਜਕੁਮਾਰੀ ਬੜੇ ਗੁੱਸੇ ਵਿੱਚ ਹੋ ਕੇ ਬੋਲੀ, ਪਿਆਰੇ ਤੁਮ ਕਿਤ ਛੁਪੇ ਤਨਕਤ ਮੋਹੇ ਨਿਹਾਰ, ਤੁਮ ਬਿਨ ਰੁੱਤ ਬਸੰਤ ਕੀ ਮਾਨ ਡਾਰਤ ਹੈ ਜ਼ਾਰ। ਇਸ ਤਰ੍ਹਾਂ ਰਾਜਕੁਮਾਰੀ ਧਰਮਪਾਲ ਦੇ ਵਿਜੋਗ ਵਿੱਚ ਹਰ ਵੇਲੇ ਬੇਚੈਨ ਰਹਿੰਦੀ ਸੀ। ਜਿਸ ਵੇਲੇ ਰਾਜਕੁਮਾਰੀ ਦੇ ਪਿਤਾ ਉੱਠ ਕੇ ਮਹਿਲ ਨੂੰ ਚਲੇ ਗਏ ਤਾਂ ਆਪਸ ਵਿੱਚ ਦੋਵੇਂ ਗੱਲਾਂ ਕਰਨ ਲੱਗੇ ਤਾਂ ਰਾਜਕੁਮਾਰੀ ਦੀ ਮਾਤਾ ਨੇ ਕਿਹਾ ਕਿ ਮੈਨੂੰ ਉਸ ਦੀਆਂ ਸਹੇਲੀਆਂ ਤੋਂ ਪਤਾ ਲੱਗਾ ਹੈ ਕਿ ਇੱਕ ਤਲਾਬ 'ਤੇ ਇਸ਼ਨਾਨ ਕਰਨ ਗਈਆਂ ਸਨ ਅਤੇ ਉੱਥੇ ਇੱਕ ਰਾਜੇ ਦਾ ਲੜਕਾ ਦੇਖਿਆ। ਉਸ ਦਿਨਾਂ ਤੋਂ ਉਸ ਦੇ ਪ੍ਰੇਮ ਵਿੱਚ ਹੈ ਅਤੇ ਖਾਣਾ ਪੀਣਾ ਛੱਡ ਦਿੱਤਾ ਹੈ ਅਤੇ ਬਿਮਾਰ ਹੈ। ਹਕੀਮ ਦਾ ਕਹਿਣਾ ਸੱਚ ਹੈ। ਹੁਣ ਪਦਮਾਵਤੀ ਵਿਆਹ ਦੇ ਲਾਇਕ ਹੋ ਗਈ ਹੈ। ਉਸ ਦੇ ਵਿਆਹ ਦੀ ਤਦਬੀਰ ਕਰਨੀ ਚਾਹੀਏ। ਰਾਜਾ ਬੋਲਿਆ, ਅੱਛਾ ਹੁਣ ਤੂੰ ਪਦਮਾਵਤੀ ਨੂੰ ਸਮਝਾ ਕਿ ਅਸੀਂ ਤੇਰਾ ਵਿਆਹ ਉਸੇ ਰਾਜਕੁਮਾਰ ਨਾਲ ਕਰਾਂਗੇ ਕਿਉਂਕਿ ਅਸਾਂ ਵਿਆਹ ਕਰਨਾ ਹੈ। ਇਸ ਦੇ ਵਾਸਤੇ ਪਦਮਾਵਤੀ ਦੀ ਮਰਜ਼ੀ ਅਨੁਸਾਰ ਕਰਨਾ ਚਾਹੀਏ। ਇਹ ਆਖ ਕੇ ਰਾਜਾ ਦਾ ਦਰਬਾਰ ਚਲਾ ਗਿਆ ਤੇ ਰਾਣੀ ਆਪਣੀ ਪੁੱਤਰੀ ਕੋਲ ਆ ਕੇ ਕਹਿਣ ਲੱਗੀ ਕਿ ਹੇ ਬੇਟੀ, ਤੇਰੇ ਪਿਤਾ ਨੇ ਕਿਹਾ ਹੈ ਕਿ ਉਸੇ ਰਾਜਕੁਮਾਰ ਨਾਲ ਤੇਰਾ ਵਿਆਹ ਕਰਾਂਗੇ। ਤੂੰ ਉਸ ਦਾ ਪਤਾ ਦੱਸ, ਉਹ ਕਿਹੜੇ ਦੇਸ਼ ਦਾ ਰਾਜ ਲੜਕਾ ਹੈ ਜੋ ਉਸ ਦੀ ਭਾਲ ਕਰਨ ਵਾਸਤੇ ਨੌਕਰ ਭੇਜੀਏ। ਇਹ ਸੁਣ ਕੇ ਰਾਜਕੁਮਾਰੀ ਨੇ ਕਿਹਾ ਕਿ ਮੈਂ ਉਸ ਦਾ ਪਤਾ ਨਿਸ਼ਾਨ ਕੁਝ ਵੀ ਨਹੀਂ ਜਾਣਦੀ। ਹੇ ਮਾਤਾ, ਇਹ ਨਾ ਸਮਝ ਕਿ ਮੇਰਾ ਹੀ ਇਹ ਹਾਲ ਹੈ। ਨਹੀਂ, ਮੇਰੇ ਵੱਲੋਂ ਵਧੀਕ ਉਸ ਦੀ ਹਾਲਤ ਹੈ ਕਿਉਂਕਿ ਜਿਸ ਵੇਲੇ ਮੈਂ ਤਲਾਬ ਵਿੱਚੋਂ ਨਹਾ ਕੇ ਨਿਕਲ ਤੁਰੀ ਸੀ ਉਸ ਵੇਲੇ ਹੀ ਉਹ ਵਿਛੋੜੇ ਦੇ ਦੁੱਖ ਨੂੰ ਨਾ ਸਹਾਰਦਾ ਹੋਇਆ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ ਸੀ। ਰਾਣੀ ਉੱਠ ਕੇ ਮਹਿਲ ਨੂੰ ਚਲੀ ਗਈ ਅਤੇ ਰਾਜੇ ਨੂੰ ਸਾਰਾ ਹਾਲ ਜਾ ਕਿਹਾ। ਰਾਜਾ ਸੁਣ ਕੇ ਚੁੱਪ ਹੋ ਰਿਹਾ ਔਰ ਦਿਲ ਵਿੱਚ ਸੋਚਣ ਲੱਗਾ ਕਿ ਇਸ ਦਾ ਕੁਝ ਪਤਾ ਨਿਸ਼ਾਨ ਹੀ ਮਾਲੂਮ ਨਹੀਂ, ਉਹ ਕਿਸ ਤਰ੍ਹਾਂ ਮਿਲ ਸਕਦਾ ਹੈ। ਹੇ ਮੈਨਾ ਸੁਣ, ਰਾਜਾ ਰਾਣੀ ਤਾਂ ਫਿਕਰ ਵਿੱਚ ਰਹਿੰਦੇ ਸਨ ਤੇ ਪਦਮਾਵਤੀ ਰਾਜਕੁਮਾਰ ਦੇ ਵਿਯੋਗ ਵਿੱਚ ਰੋਂਦੀ ਰਹਿੰਦੀ ਸੀ। ਇਸ ਕਹਾਣੀ ਨੂੰ ਇੱਥੇ ਹੀ ਛੋੜ, ਤੈਨੂੰ ਅੱਗੇ ਦੀ ਗੱਲ ਸੁਣਾਉਂਦਾ ਹਾਂ।